ਸਾਰੇ ਬਰਨਾਲਾ ਵਾਸੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਉਪ ਮੰਡਲ ਮੈਜਿਸਟ੍ਰੇਟ ਵਰਜੀਤ ਵਾਲੀਆ IAS ਮੈਂ ਬਤੌਰ SDM ਬਰਨਾਲਾ ਅਤੇ ਬਤੌਰ SDM ਤਪਾ ਇੱਥੇ ਸਰਵਿਸ ਕਰ ਰਿਹਾ। ਅੱਜ ਮੈਂ ਤੁਹਾਡੇ ਨਾਲ ਕੁਝ ਚੀਜ਼ਾਂ ਸਾਂਝੀਆਂ ਕਰਨਾ ਚਾਹੁੰਦਾ ਹਾਂ ਤਾਂ ਕਿ ਕੋਵਿਡ ਦਾ ਜਿਹੜਾ ਆਪਣੀ ਦੂਸਰੀ ਲਹਿਰ ਹੁਣ ਚੱਲ ਰਹੀ ਹੈ ਉਹਦੇ ਵਿੱਚ ਪ੍ਰਸ਼ਾਸਨ ਦੀਆਂ ਸਰਕਾਰ ਦੀਆਂ ਕੀ ਤਿਆਰੀਆਂ ਨੇ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਸਕਾਂ ਤੇ ਕਿਸ ਤਰ੍ਹਾਂ ਆਪਾਂ ਹੋਰ ਤੁਹਾਡੇ ਵੱਲੋਂ ਸਹਿਯੋਗ ਲੈ ਸਕੀਏ ਤਾਂ ਕਿ ਅਸੀਂ ਇਸ ਜੰਗ ਨੂੰ ਇਕੱਠੇ ਹੋ ਕੇ ਜਿੱਤ ਸਕੀਏ। ਮੈਂ ਸ਼ੁਰੂਆਤ ਵਿੱਚ ਤੁਹਾਨੂੰ ਆਪਣਾ ਕੋਵਿਡ ਦਾ ਬੁਲੇਟਿਨ ਦੱਸਣਾ ਚਾਹਾਂਗਾ ਜੋ ਕਿ ਕੱਲ ਯਾਨੀ ਕਿ 9 ਤਰੀਕ ਦੀ ਕੋਵਿਡ ਦੀ ਰਿਪੋਰਟ ਹੈ। ਇਸ ਵਿੱਚ ਕੱਲ ਦੇ ਦਰਮਿਆਨ ਹੀ ਸਾਡੇ 86 ਨਵੇਂ ਪੋਜ਼ਿਟਿਵ ਕੇਸ ਆਏ ਨੇ। ਕੁੱਲ ਐਕਟਿਵ ਕੇਸ ਜ਼ਿਲ੍ਹਾ ਬਰਨਾਲਾ ਚ 508 ਨੇ ਤੇ ਟੋਟਲ ਹਾਲੇ ਤੱਕ 119 ਮੌਤਾਂ ਹੋ ਚੁੱਕੀਆਂ ਨੇ। ਬਹੁਤ ਦੁਖਦਾਈ ਗੱਲ ਹੈ ਕਿ 119 ਬਰਨਾਲਾ ਵਾਸੀਆਂ ਦੀ ਦੇਹਾਂਤ ਹੋ ਚੁੱਕਿਆ ਹੈ ਕੋਵਿਡ ਦੇ ਨਾਲ ਲੜਦੇ ਲੜਦੇ। ਲੇਕਿਨ ਇੱਕ ਆਸ਼ਾ ਦੀ ਕਿਰਨ ਇਹ ਹੈ ਕਿ ਹਾਲੇ ਤੱਕ ਕੁੱਲ ਮਿਲਾ ਕੇ 3507 ਕੋਵਿਡ ਦੇ ਮਰੀਜ਼ਾਂ ਨੇ ਪੂਰੀ ਤਰ੍ਹਾਂ ਰਿਕਵਰੀ ਕੀਤੀ ਹੈ। ਹੁਣ ਪੂਰੇ ਤੰਦਰੁਸਤ ਹੋ ਕੇ ਵਾਪਸ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਵਸ ਰਹੇ ਨੇ। ਇਸ ਤੋਂ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਪਹਿਲੀ ਗੱਲ, ਕੋਰੋਨਾ ਕੋਈ ਅਫਵਾਹ ਨਹੀਂ, ਕੋਰੋਨਾ ਕੋਈ ਮਜ਼ਾਕ ਨਹੀਂ। ਕੋਰੋਨਾ ਇੱਕ ਸੱਚ ਹੈ ਜੋ ਆਪਣੇ ਵਿੱਚ ਹੈ। ਜੇ ਇਹ ਤਾਂ ਉਹ ਗੱਲ ਹੋ ਗਈ ਕਿ ਜਿਵੇਂ ਕਬੂਤਰ ਨੇ ਬਿੱਲੀ ਨੂੰ ਦੇਖਿਆ ਅੱਖਾਂ ਮੀਚ ਲਈਆਂ। ਜੇ ਆਪਾਂ ਕਰੋਨਾ ਨੂੰ ਆਪਣੇ ਕੰਨ ਲਪੇਟ ਲੈਂਦੇ ਆ, ਆਪਣੀ ਅੱਖਾਂ ਬੰਦ ਕਰ ਲੈਂਦੇ ਆ, ਇਹਦੇ ਨਾਲ ਇਹ ਨਹੀਂ ਹੈ ਕਿ ਕਰੋਨਾ ਚਲਾ ਜਾਏਗਾ। ਕਰੋਨਾ ਇੱਥੇ ਹੀ ਹੈ। ਉਸ ਦਾ ਕਹਿਰ ਪੂਰੇ ਭਾਰਤ ਵਿੱਚ, ਪੂਰੇ ਪੰਜਾਬ ਵਿੱਚ ਤੇ ਪੂਰੇ ਬਰਨਾਲਾ ਵਿੱਚ ਉਸ ਦਾ ਕਹਿਰ ਦਿਖ ਰਿਹਾ ਹੈ। ਹੁਣ ਤਾਂ ਮੈਨੂੰ ਇਹ ਲੱਗਦਾ ਕਿ ਸਾਡੇ ਸਾਰਿਆਂ ਦੇ ਨੇੜੇ ਤੇੜੇ ਕੋਈ ਨਾ ਕੋਈ ਰਿਸ਼ਤੇਦਾਰ, ਕੋਈ ਨਾ ਕੋਈ ਗੁਆਂਢੀ, ਕੋਈ ਦੋਸਤ ਮਿੱਤਰ, ਜ਼ਰੂਰ ਕੋਈ ਐਸਾ ਪਰਿਵਾਰ ਹਾਲ ਤੱਕ ਬਦਕਿਸਮਤੀ ਨਾਲ ਹੈ ਜਿਨ੍ਹਾਂ ਨੂੰ ਇਸ ਮਹਾਮਾਰੀ ਦੇ ਨਾਲ ਸਾਹਮਣਾ ਕਰਨਾ ਪੈ ਚੁੱਕਿਆ। ਤੇ ਹੁਣ ਤੁਸੀਂ ਵੀ ਦੇਖਿਆ ਹੋਊਗਾ ਕਿ ਜਿਨ੍ਹਾਂ ਨੇ ਵੀ ਇਸ ਮਹਾਮਾਰੀ ਨਾਲ ਸਹੀ ਤਰ੍ਹਾਂ ਨਾਲ ਲੜਾਈ ਕੀਤੀ ਹੈ ਉਹ ਇਸ ਤੋਂ ਬਾਹਰ ਆ ਸਕੇ। ਇੱਕ ਗੱਲ ਮੈਂ ਤੁਹਾਨੂੰ ਬਿਲਕੁਲ ਪੱਲੇ ਬੰਨਣ ਲਈ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹੈ ਕਿ ਜੇ ਆਪਾਂ ਇਸ ਚੀਜ਼ ਦਾ ਅਹਿਸਾਸ ਰੱਖੀਏ ਵੀ ਹਾਂ ਕਰੋਨਾ ਇੱਕ ਮਹਾਮਾਰੀ ਹੈ, ਤੁਸੀਂ ਉਹਨਾਂ ਨੂੰ ਪੁੱਛੋ ਜਿਹੜੇ ਪਰਿਵਾਰਾਂ ਨੂੰ ਇਸ ਮਹਾਮਾਰੀ ਦੀ ਸੱਟ ਵੱਜੀ ਹੈ, ਜਿਨ੍ਹਾਂ ਪਰਿਵਾਰਾਂ ਦੇ ਨੁਕਸਾਨ ਹੋਇਆ ਹੈ, ਉਹਨਾਂ ਦੇ ਪਰਿਵਾਰ ਵਾਸੀਆਂ ਦਾ ਦੇਹਾਂਤ ਹੋਇਆ ਹੈ, ਉਹਨਾਂ ਪਰਿਵਾਰ ਵਾਸੀਆਂ ਨੂੰ ਪੁੱਛੋ ਕਿ ਕਰੋਨਾ ਹੈ ਜਾਂ ਨਹੀਂ। ਹੁਣ ਇਸ ਬਿਮਾਰੀ ਨਾਲ ਮੈਂ ਜਿਵੇਂ ਤੁਹਾਨੂੰ ਦੋ ਗੱਲਾਂ ਕਹਿਣੀਆਂ ਚਾਹੂੰਗਾ ਕਿ ਇਸ ਬਿਮਾਰੀ ਨਾਲ ਆਪਾਂ ਨੂੰ ਇਹ ਗੱਲ ਧਿਆਨ 'ਚ ਰੱਖਣ ਦੀ ਬਹੁਤ ਜ਼ਰੂਰਤ ਹੈ ਕਿ ਜਿਵੇਂ ਕੋਈ ਵੀ ਲੱਛਣ ਹੋਣ, ਸਭ ਤੋਂ ਪਹਿਲਾਂ ਖੁਦ ਨੂੰ ਇਕਾਂਤਵਾਸ ਕਰੋ। ਬਿਲਕੁਲ ਨਾ ਸੋਚੋ ਕਿ ਹਾਂ ਮੈਂ ਬਹੁਤ ਤੰਦਰੁਸਤ ਹਾਂ, ਵੀ ਮੈਨੂੰ ਕੋਈ ਚੱਕਰ ਨਹੀਂ, ਮੈਂ ਜਵਾਨ ਹਾਂ, ਮੈਂ ਤਾਂ ਇੰਨੀਆਂ ਖੇਡਾਂ ਖੇਡਦਾ ਹਾਂ, 2-2 ਘੰਟੇ ਮੈਂ ਕੁਸ਼ਤੀਆਂ ਕਰਦਾ ਹਾਂ। ਆਪਾਂ ਜ਼ਿੰਮੇਵਾਰੀ ਦਿਖਾਉਣ ਦਾ ਸਮਾਂ ਹੈ, ਇਹ ਜ਼ਿੰਮੇਵਾਰੀ ਦਿਖਾਉਣ ਦਾ ਸਮਾਂ ਹੈ। ਰੱਬ ਕਰੇ ਤੁਸੀਂ ਬਿਲਕੁਲ ਤੰਦਰੁਸਤ ਰਹੋ, ਲੇਕਿਨ ਜ਼ਿੰਮੇਵਾਰੀ ਦੇ ਪ੍ਰਤੀ ਤੁਹਾਨੂੰ, ਤੁਹਾਡੇ ਪਰਿਵਾਰ ਵਾਸਤੇ, ਤੁਹਾਡੇ ਦੋਸਤ ਮਿੱਤਰਾਂ ਵਾਸਤੇ ਤੁਹਾਨੂੰ ਇਕਾਂਤਵਾਸ ਵਿੱਚ ਜਾਣਾ ਬੇਹੱਦ ਜ਼ਰੂਰੀ ਹੈ। ਜੇ ਤੁਸੀਂ ਇਕਾਂਤਵਾਸ 'ਚ ਜਾਓਗੇ ਤੁਸੀਂ ਆਪਣੇ ਪਰਿਵਾਰ ਨੂੰ ਬਚਾ ਸਕੋਗੇ, ਆਪਣੇ ਦੋਸਤਾਂ ਮਿੱਤਰਾਂ ਨੂੰ ਬਚਾਓਗੇ ਜਿਨ੍ਹਾਂ ਦੀ ਜ਼ਿੰਦਗੀ ਤੁਹਾਡੇ ਵਾਸਤੇ ਮੈਨੂੰ ਯਕੀਨ ਹੈ ਬਹੁਤ ਜ਼ਿਆਦਾ ਕੀਮਤੀ ਹੈ। ਦੂਸਰੀ ਗੱਲ, ਜਿਵੇਂ ਹੀ ਲੱਛਣ ਆਉਣ ਜ਼ਰੂਰ ਟੈਸਟ ਕਰਾਓ। ਟੈਸਟ ਕਰਾਉਣ ਦਾ ਕੋਈ ਘਬਰਾਹਟ ਵਾਲੀ ਕੋਈ ਗੱਲ ਨਹੀਂ ਹੈ। ਕੱਲ ਨੂੰ ਜੇ ਕੋਰੋਨਾ ਪੋਜ਼ਿਟਿਵ ਵੀ ਆ ਜਾਂਦਾ ਕੋਈ ਵੱਡੀ ਗੱਲ ਨਹੀਂ ਹੈ। ਮੇਰੇ ਆਪਣੇ ਪਿਤਾ ਜੀ ਕੋਵਿਡ ਪੋਜ਼ਿਟਿਵ ਆਏ ਸੀਗੇ 3 ਹਫ਼ਤੇ ਪਹਿਲਾਂ। ਇਸ 'ਚ ਕੋਈ ਸਟਿਗਮਾ ਨਹੀਂ ਹੈ, ਕੋਈ ਸ਼ਰਮ ਵਾਲੀ ਗੱਲ ਨਹੀਂ ਹੈ, ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਬਟ ਜੇ ਆਪਾਂ ਕਰੋਨਾ ਟੈਸਟ ਕਰਾ ਲੈਂਦੇ ਆ ਤੇ ਆਪਾਂ ਨੂੰ ਕਲੀਅਰ ਹੋ ਜਾਂਦਾ ਹੈ ਕਿ ਹਾਂ ਵੀ ਸਾਨੂੰ ਕਰੋਨਾ ਹੈ। ਇਹਦੇ ਨਾਲ ਤੁਸੀਂ ਕੁਝ ਅਜਿਹੀਆਂ ਚੀਜ਼ਾਂ ਨੂੰ ਅਪਣਾ ਸਕੋਗੇ ਜਿਹਦੇ ਨਾਲ ਤੁਸੀਂ ਇਸ ਬਿਮਾਰੀ ਨਾਲ ਜ਼ਰੂਰ ਲੜ ਕੇ ਬਾਹਰ ਆ ਸਕੋਗੇ। ਇਸ ਕਰਕੇ ਕਰੋਨਾ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ। ਇੱਕ, ਤੁਸੀਂ ਆਪਣੇ ਪਰਿਵਾਰ ਵਾਸੀਆਂ ਨੂੰ ਬਚਾਓਗੇ। ਦੂਸਰਾ, ਤੁਹਾਡੀ ਲੜਾਈ ਵਿੱਚ ਅਜਿਹੀਆਂ ਚੀਜ਼ਾਂ ਦਾ ਇਨਕਲੂਜਨ ਹੋਏਗਾ, ਤੁਸੀਂ ਅਜਿਹੀਆਂ ਚੀਜ਼ਾਂ ਅਪਣਾਓਗੇ ਜਿਹਦੇ ਨਾਲ ਤੁਸੀਂ ਕਰੋਨਾ ਨੂੰ ਬਿਹਤਰ ਲੜ ਸਕੋਗੇ। ਇਸ ਤੋਂ ਮਗਰੋਂ ਜੇ ਕਿਸੇ ਵੀ
ਮਰੀਜ਼ ਦੀ ਤਬੀਅਤ ਜ਼ਿਆਦਾ ਖਰਾਬ ਹੁੰਦੀ ਹੈ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਜ਼ਰੂਰ ਜਾ ਕੇ ਸਿਵਲ ਹਸਪਤਾਲ, ਕੋਈ ਸਰਕਾਰੀ ਹਸਪਤਾਲ ਜਾਂ ਈਵਨ ਕੋਈ ਪ੍ਰਾਈਵੇਟ ਡਾਕਟਰ ਸਹਿਬਾਨ ਕਿਸੇ ਨੂੰ ਵੀ ਜਾ ਕੇ ਜ਼ਰੂਰ ਆਪਣਾ ਇਲਾਜ ਕਰਾਓ। ਦੇਖੋ ਸਭ ਤੋਂ ਜ਼ਿਆਦਾ ਦਿੱਕਤ ਕਦੋਂ ਆਉਂਦੀ ਹੈ ਕਿ ਜਦੋਂ ਆਪਾਂ ਆਪਣੇ ਹੀ ਘਰੇ ਇਸ ਬਿਮਾਰੀ ਨਾਲ ਲੜਦੇ ਰਹਿੰਦੇ ਹਾਂ, ਅਸੀਂ ਉਮੀਦ ਕਰਦੇ ਰਹਿੰਦੇ ਹਾਂ ਵੀ ਕੋਈ ਗੱਲ ਨਹੀਂ ਤਾਂ ਨਿਬੜ ਜੂ, ਬਟ ਰੱਬ ਨਾ ਕਰੇ ਜੇ ਐਂਡ ਵਿੱਚ ਸਮਾਂ ਬੀਤਣ ਦੇ ਨਾਲ ਬਹੁਤ ਜ਼ਿਆਦਾ ਗੰਭੀਰਤਾ ਵੱਧ ਜਾਂਦੀ ਹੈ, ਤਦ ਆਪਾਂ ਇੱਕਦਮ ਘਬਰਾਹਟ ਦੇ ਨਾਲ ਫਿਰ ਆਪਾਂ ਡਾਕਟਰ ਕੋਲ ਜਾਂਦੇ ਹਾਂ। ਤੇ ਦੁਖਦ ਗੱਲ ਇਹ ਹੈ ਕਿ ਤਦ ਸਥਿਤੀ ਇੰਨੀ ਜ਼ਿਆਦਾ ਹੱਥੋਂ ਨਿਕਲ ਜਾਂਦੀ ਹੈ ਕਿ ਡਾਕਟਰ ਵੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਉਹਨਾਂ ਦੀ ਸਹਾਇਤਾ ਨਹੀਂ ਕਰ ਪਾਉਂਦੇ। ਇਸ ਕਰਕੇ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਜਿਵੇਂ ਹੀ ਤੁਹਾਡੀ ਤਬੀਅਤ ਖਰਾਬ ਹੁੰਦੀ ਹੈ, ਥੋੜਾ ਜਿਹਾ ਵੀ ਤੁਹਾਨੂੰ ਲੱਗਦਾ ਸਾਹ 'ਚ ਦਿੱਕਤ ਹੈ ਜਾਂ ਬੁਖਾਰ ਜ਼ਿਆਦਾ ਚੜ ਰਿਹਾ ਹੈ, ਕੋਈ ਵੀ ਪਰੇਸ਼ਾਨੀ ਆਉਂਦੀ ਹੈ, ਜ਼ਰੂਰ ਜਾ ਕੇ ਹਸਪਤਾਲਾਂ 'ਚ ਦਿਖਾਓ। ਉਹ ਤੁਹਾਡਾ ਟ੍ਰੀਟਮੈਂਟ ਕਰਨਗੇ ਤੇ ਇਹਦੇ ਨਾਲ ਹੀ ਤੁਸੀਂ ਇਸ ਬਿਮਾਰੀ ਨੂੰ ਜਿੱਤਣ ਯੋਗ ਬਣ ਸਕੋਗੇ। ਦੂਸਰੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਬਰਨਾਲਾ ਵਿੱਚ ਕੋਵਿਡ ਦੇ ਇਲਾਜ ਵਾਸਤੇ 2 ਕੋਵਿਡ ਕੇਅਰ ਸੈਂਟਰ ਬਣੇ ਹੋਏ ਨੇ। ਇਹ ਦੋਨੋਂ ਲੈਵਲ 2 ਫੈਸਿਲਿਟੀਜ਼ ਨੇ। ਲੈਵਲ 2 ਫੈਸਿਲਿਟੀਜ਼ ਉਹ ਫੈਸਿਲਿਟੀਜ਼ ਨੇ, ਇੱਕ ਤਾਂ ਜਿਹੜੇ ਕਰੋਨਾ ਪੋਜ਼ਿਟਿਵ ਪੇਸ਼ੈਂਟ ਆ ਜਾਂਦੇ ਆ ਲੇਕਿਨ ਉਹਨਾਂ ਨੂੰ ਜ਼ਿਆਦਾ ਉਹਨਾਂ ਦੀ ਤਬੀਅਤ ਖਰਾਬ ਨਹੀਂ ਹੁੰਦੀ, ਕਈਆਂ ਨੂੰ ਤਾਂ ਬੁਖਾਰ ਵੀ ਨਹੀਂ ਚੜਦਾ ਜਾਂ ਬਹੁਤ ਹਲਕੀ ਫੁਲਕੀ ਖਾਂਸੀ ਹੈ ਜਾਂ ਨਾ ਮਾਤਰ ਲੱਛਣ ਤੋਂ ਹੀ ਸਮਝ ਲਓ, ਉਹ ਲੋਕ ਉਹ ਅਜਿਹੇ ਪੇਸ਼ੈਂਟ ਘਰੇ ਹੀ ਉਹਨਾਂ ਦਾ ਇਲਾਜ ਹੋ ਜਾਂਦਾ ਹੈ। ਪਰੰਤੂ ਜਿਨ੍ਹਾਂ ਦੇ ਲੱਛਣ ਥੋੜੇ ਜਿਹੇ ਵੱਧ ਜਾਂਦੇ, ਬੁਖਾਰ 100 ਤੱਕ ਪਹੁੰਚ ਜਾਂਦਾ ਹੈ, ਆਕਸੀਜਨ ਲੈਵਲ ਘਟ ਕੇ 90 ਤੱਕ ਪਹੁੰਚ ਜਾਂਦਾ ਹੈ ਜਾਂ 85 ਤੱਕ ਪਹੁੰਚ ਜਾਂਦਾ ਹੈ, ਜਾਂ ਸਾਹ ਲੈਣ 'ਚ ਦਿੱਕਤ ਆਣੀ ਸ਼ੁਰੂ ਹੋ ਜਾਂਦੀ ਹੈ, ਖਾਂਸੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਬੁਖਾਰ ਕਾਫੀ ਤੇਜ਼ ਹੋਣ ਲੱਗ ਜੇ, ਅਜਿਹੇ ਪੇਸ਼ੈਂਟਸ ਨੂੰ ਲੈਵਲ 2 ਫੈਸਿਲਿਟੀ ਦੇ ਵਿੱਚ ਇਹਨਾਂ ਦਾ ਇਲਾਜ ਕੀਤਾ ਜਾਂਦਾ ਹੈ। ਤੇ ਅਜਿਹੀਆਂ ਫੈਸਿਲਿਟੀਆਂ ਹੀ ਅਸੀਂ 2 ਬਣਾਈਆਂ ਹੋਈਆਂ ਨੇ ਬਰਨਾਲਾ ਵਿੱਚ। ਇੱਕ ਹੈਗੀ ਹੈ ਸੋਹਲਪੱਤੀ ਵਿਖੇ, ਇੱਕ ਹੈਗੀ ਹੈ ਕਮਿਊਨਿਟੀ ਹੈਲਥ ਸੈਂਟਰ ਮਹਿਲ ਕਲਾਂ ਵਿਖੇ। ਤੇ ਮੈਂ ਇਸੇ ਕਰਕੇ ਤੁਹਾਨੂੰ ਬੇਨਤੀ ਕਰਦਾ ਕੋਈ ਵੀ ਜੇ ਦਿੱਕਤ ਆਉਂਦੀ ਹੈ ਜ਼ਰੂਰ ਡਾਕਟਰ ਸਾਹਿਬਾਨ ਨੂੰ ਦਿਖਾਓ। ਤੁਹਾਡੀ ਜੇ ਜ਼ਰੂਰਤ ਪਏ ਉਹ ਤੁਹਾਨੂੰ ਅਜਿਹੇ ਸੈਂਟਰਸ ਵਿੱਚ ਰੈਫਰ ਕਰਨਗੇ। ਇੱਥੇ ਬਹੁਤ ਵਧੀਆ ਕੋਵਿਡ ਪੇਸ਼ੈਂਟਸ ਦਾ ਇਲਾਜ ਹੋ ਰਿਹਾ ਹੈ, ਤੁਸੀਂ ਮੇਰਾ ਭਰੋਸਾ ਰੱਖੋ। ਮੈਂ ਆਪ ਜਾ ਕੇ ਵੀ ਸੋਹਲਪੱਤੀ ਦੇ ਅੰਦਰ ਜਾ ਕੇ, ਮਹਿਲ ਕਲਾਂ ਦੇ ਅੰਦਰ ਜਾ ਕੇ ਅਸੀਂ ਪੇਸ਼ੈਂਟਸ ਨਾਲ ਇੰਟਰੈਕਟ ਕਰਕੇ ਉਹਨਾਂ ਤੋਂ ਪੁੱਛਿਆ ਵੀ ਇਲਾਜ ਉਹਨਾਂ ਨੂੰ ਕਿਸ ਤਰ੍ਹਾਂ ਲੱਗ ਰਿਹਾ, ਉਹ ਬਹੁਤ ਖੁਸ਼ ਨੇ। ਇਸ ਕਰਕੇ ਭਰੋਸਾ ਰੱਖੋ, ਤੁਹਾਡਾ ਇਲਾਜ ਉੱਥੇ ਬਹੁਤ ਅੱਛਾ ਹੋਏਗਾ। ਦੂਸਰੀ ਗੱਲ, ਜਿਵੇਂ ਜਿਵੇਂ ਦੂਸਰੀ ਲਹਿਰ ਅੱਗੇ ਅੱਗੇ ਵੱਧ ਰਹੀ ਹੈ, ਅਸੀਂ ਆਪਣੇ ਬੈੱਡਸ ਦੀ ਕਪੈਸਿਟੀ ਨਾਲ ਨਾਲ ਵਧਾ ਰਹੇ ਹਾਂ। ਕਿਸੇ ਵੀ ਪੇਸ਼ੈਂਟ ਨੂੰ ਬੈੱਡ ਦੀ ਅਸੀਂ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ। ਅਸੀਂ ਦਿਨ ਰਾਤ ਲੱਗ ਕੇ ਤੁਹਾਡੀ ਸੇਵਾ ਵਿੱਚ ਡਟੇ ਹੋਏ ਹਾਂ, ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇੱਕ ਸਮਾਂ ਸੀਗਾ ਕਿ ਸਿਰਫ 10 ਜਾਂ 12 ਪੇਸ਼ੈਂਟ ਲੈਵਲ 2 ਫੈਸਿਲਿਟੀ 'ਚ ਰਹਿ ਗਏ ਸੀ, ਵੱਧ ਕੇ ਉਹ 35 ਤੱਕ ਆ ਗਿਆ, ਹੋਰ ਵੱਧ ਕੇ 50 ਤੱਕ ਪਹੁੰਚ ਗਿਆ। ਇਹਦੇ ਨਾਲ ਨਾਲ ਹੀ ਅਸੀਂ ਆਪਣੀ ਮਹਿਲ ਕਲਾਂ ਵਾਲੀ ਲੈਵਲ 2 ਫੈਸਿਲਿਟੀ ਨੂੰ ਵੀ ਐਕਸਪੈਂਡ ਕੀਤਾ। ਹੋਰ ਜਿਵੇਂ ਪੇਸ਼ੈਂਟਸ ਵਧੀ ਗਏ, ਅਸੀਂ ਸੋਹਲਪੱਤੀ ਵਾਲੀ ਲੈਵਲ 2 ਕਪੈਸਿਟੀ ਨੂੰ ਐਕਸਪੈਂਡ ਕੀਤਾ। ਮੈਂ ਇਹ ਕਹਿਣਾ ਚਾਹ ਰਿਹਾ ਕਿ ਜਿੱਦਾਂ ਜਿੱਦਾਂ ਪੇਸ਼ੈਂਟਸ ਵੱਧ ਰਹੇ ਹੈ, ਅਸੀਂ 2 ਕਦਮ ਅੱਗੇ ਰਹਿ ਕੇ ਇਹਨਾਂ ਫੈਸਿਲਿਟੀਆਂ ਨੂੰ ਵਧਾ ਰਹੇ ਹਾਂ। ਅਸੀਂ ਇਹ ਬਿਲਕੁਲ ਇਨਸ਼ੋਰ ਕਰਾਂਗੇ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਏ, ਕੋਈ ਪੇਸ਼ੈਂਟ ਨੂੰ ਅਸੀਂ ਮੋੜੀਏ ਨਾ, ਜਿਹੜਾ ਵੀ ਲੈਵਲ 2 ਫੈਸਿਲਿਟੀ ਵਾਸਤੇ ਹੈ। ਜਿਹੜੇ ਪੇਸ਼ੈਂਟ ਬਹੁਤ ਜ਼ਿਆਦਾ ਗੰਭੀਰ ਹੋ ਜਾਂਦੇ, ਜਿਨ੍ਹਾਂ ਨੂੰ ICU ਦੀ ਜ਼ਰੂਰਤ ਪੈ ਜਾਂਦੀ ਹੈ ਜਾਂ ਵੈਂਟੀਲੇਟਰ ਦੀ ਜ਼ਰੂਰਤ ਪੈ ਜਾਂਦੀ ਹੈ, ਅਜਿਹੇ ਪੇਸ਼ੈਂਟਸ ਲੈਵਲ 3 ਵਿੱਚ ਇਲਾਜ ਹੁੰਦਾ ਹੈ। ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਕਿ ਲੈਵਲ 3 ਦੀ ਫੈਸਿਲਿਟੀ ਬਰਨਾਲਾ ਵਿੱਚ ਨਹੀਂ ਹੈ। ਅਜਿਹੇ ਪੇਸ਼ੈਂਟਸ ਨੂੰ ਅਸੀਂ ਜਾਂ ਤਾਂ ਪਟਿਆਲੇ ਰੈਫਰ ਕਰਦੇ ਹਾਂ, ਜਾਂ ਲੁਧਿਆਣੇ ਰੈਫਰ ਕਰਦੇ ਹਾਂ, ਜਾਂ ਬਠਿੰਡੇ ਰੈਫਰ ਕਰਦੇ ਹਾਂ। ਹੁਣ ਮੈਂ ਤੁਹਾਨੂੰ ਆਹ ਵੀ ਦੱਸਣਾ ਚਾਹਾਂਗਾ ਕਿ ਕਿਵੇਂ ਤੁਸੀਂ ਦੇਖ ਰਹੇ ਹੋਵੋਗੇ ਕਿ ਆਕਸੀਜਨ ਦੀ ਬਹੁਤ ਜ਼ਿਆਦਾ ਖਬਰਾਂ ਛਪ ਰਹੀਆਂ ਨੇ, ਆਕਸੀਜਨ ਦੀ ਬਹੁਤ ਜ਼ਿਆਦਾ ਕਿੱਲਤ ਹੋ ਰਹੀ ਹੈ। ਬਹੁਤ ਲੋਕਾਂ 'ਚ ਡਰ ਫੈਲਿਆ ਹੋਇਆ ਹੈ ਕਿ ਜੇ ਅਸੀਂ ਬਿਮਾਰ ਹੋ ਗਏ ਪਤਾ ਨਹੀਂ ਆਕਸੀਜਨ ਮਿਲੂ ਕਿ ਨਹੀਂ ਮਿਲੂ। ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਕਿ ਅਸੀਂ ਪਿਛਲੇ 2 ਹਫ਼ਤੇ ਤੋਂ ਲਗਾਤਾਰ ਲੜ ਕੇ ਜਿੰਨੀ ਵੀ ਬਰਨਾਲੇ ਦੀ ਆਕਸੀਜਨ ਡਿਮਾਂਡ ਹੈ ਅਸੀਂ ਉਹਨੂੰ ਪੂਰੀ ਕਰ ਰਹੇ ਹਾਂ। ਇਹਦੇ ਵਿੱਚ ਸਾਡੀ ਸਾਰੀ ਟੀਮ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੀ ਹੈ। ਤੁਸੀਂ ਬਿਲਕੁਲ ਨਾ ਘਬਰਾਓ, ਜਿੰਨੀ ਵੀ ਬਰਨਾਲੇ ਦੀ ਆਕਸੀਜਨ ਡਿਮਾਂਡ ਹੈ ਅਸੀਂ ਬਿਲਕੁਲ ਪੂਰੀ ਕਰ ਰਹੇ ਹਾਂ। ਇਹਦਾ ਵੀ ਮੈਂ ਤੁਹਾਨੂੰ ਥੋੜਾ ਜਿਹਾ ਸਿਸਟਮ ਸਮਝਾ ਦਿੰਦਾ। ਹਲੇ ਇੱਕ ਹਫ਼ਤੇ ਪਹਿਲਾਂ ਕਰੀਬ 50 ਦੇ ਕਰੀਬ ਮੁਸ਼ਕਿਲ ਨਾਲ ਸਿਲੰਡਰ ਸਾਡੇ ਲੱਗ ਰਹੇ ਸੀ ਇੱਕ ਦਿਨ ਵਿੱਚ। ਅੱਜ
9 ਤਰੀਕ ਅੱਜ 10 ਤਰੀਕ ਹੋ ਗਈ ਹੈ, ਕੱਲ 9 ਤਰੀਕ ਦੇ ਵਿੱਚ ਸਾਡੇ 190 ਸਿਲੰਡਰ ਲੱਗੇ ਨੇ, ਜਿਹਦਾ ਮਤਲਬ 4 ਗੁਣਾ ਵੱਧ ਗਏ ਇੱਕ ਹਫ਼ਤੇ ਦੇ ਅੰਦਰ ਅੰਦਰ। ਬਟ ਬਿਲਕੁਲ ਤੁਸੀਂ ਘਬਰਾਓ ਨਾ, ਅਸੀਂ ਜਿਵੇਂ ਜਿਵੇਂ ਜ਼ਰੂਰਤ ਵੱਧ ਰਹੀ ਹੈ ਉਵੇਂ ਉਵੇਂ ਹੀ ਸਾਡੀ ਪ੍ਰਣਾਲੀ ਚੱਲ ਰਹੀ ਹੈ। ਅਸੀਂ ਸਾਰੀ ਆਕਸੀਜਨ ਤੁਹਾਡੀ ਡਿਮਾਂਡ ਬਿਲਕੁਲ ਪੂਰੀ ਕਰਾਂਗੇ, ਕੋਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਇਹ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਇਹਨੂੰ ਸਮਝੋ ਕਿ ਆਕਸੀਜਨ ਬਹੁਤ ਕੀਮਤੀ ਚੀਜ਼ ਹੈ। ਅਸੀਂ ਆਕਸੀਜਨ ਕਿਵੇਂ ਪੂਰੀ ਕਰ ਰਹੇ ਹਾਂ ਇਹ ਵੀ ਮੈਂ ਤੁਹਾਨੂੰ ਸਮਝਾਉਣਾ ਹੈ। ਬਰਨਾਲਾ ਵਿੱਚ ਆਕਸੀਜਨ ਦਾ ਫਿਲਹਾਲ ਕੋਈ ਪਲਾਂਟ ਨਹੀਂ ਹੈ। ਸਾਡੀ ਜਿੰਨੇ ਵੀ ਸਾਡੇ ਆਕਸੀਜਨ ਸਿਲੰਡਰ ਹੈਗੇ ਨੇ, ਉਹ ਆਕਸੀਜਨ ਸਿਲੰਡਰ ਅਸੀਂ ਬਾਕੀ ਜ਼ਿਲ੍ਹਿਆਂ 'ਚ ਜਿਹੜੇ ਸਥਿਤ ਆਕਸੀਜਨ ਦੇ ਪਲਾਂਟ ਹੈਗੇ ਨੇ, ਅਸੀਂ ਉਹਨਾਂ ਤੋਂ ਭਰਵਾਉਂਦੇ ਹਾਂ। ਅਸੀਂ ਫਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ ਵਿੱਚੋਂ ਭਰਵਾਉਂਦੇ ਹਾਂ। ਕਦੇ ਕਦੇ ਅਸੀਂ ਲੁਧਿਆਣਾ ਤੋਂ, ਮਾਨਸਾ ਤੋਂ, ਬਠਿੰਡਾ ਤੋਂ, ਬਾਕੀ ਜ਼ਿਲ੍ਹਿਆਂ ਤੋਂ ਅਸੀਂ ਰਿਕੁਐਸਟ ਕਰਕੇ ਅਸੀਂ ਆਪਣੇ ਆਕਸੀਜਨ ਦੇ ਸਿਲੰਡਰ ਭਰਵਾਉਂਦੇ ਹਾਂ। ਹੁਣ ਸਾਡੇ ਕੋਲ ਕਰੀਬ 350 ਸਿਲੰਡਰ ਹੈਗੇ ਨੇ। ਇਹਨਾਂ 350 ਸਿਲੰਡਰ ਚੋਂ ਮੰਨ ਲਓ 100 ਸਿਲੰਡਰ ਖਾਲੀ ਹੋ ਜਾਂਦੇ ਸਾਡੇ, ਉਹਦੀ ਪਹਿਲਾਂ ਸਾਡੀ ਟੀਮ ਲੱਗ ਕੇ, ਲੇਬਰ ਲੱਗ ਕੇ, ਸਾਰੇ ਸਾਡਾ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਸਾਰਾ ਵਿੱਚ ਨਾਲ ਰਲ ਕੇ, ਸਿਹਤ ਵਿਭਾਗ ਸਾਰੇ ਇਕੱਠੇ ਤਾਲਮੇਲ ਨਾਲ ਇਸ ਮਿਹਨਤ ਕਰ ਰਹੇ ਹਨ। ਉਹ ਪਹਿਲਾਂ ਗੱਡੀ ਲੋਡ ਕਰਦੇ ਆ ਜਿਹਨੂੰ 2 ਤੋਂ 3 ਘੰਟੇ ਲੱਗਦੇ ਆ, ਫਿਰ ਉਹਦਾ ਮੰਡੀ ਗੋਬਿੰਦਗੜ੍ਹ ਜਾਣ ਦਾ ਸਮਾਂ, ਫਿਰ ਉੱਥੇ ਵੀ ਕਾਫੀ ਵੇਟਿੰਗ ਹੁੰਦੀ ਹੈ। ਵੇਟਿੰਗ ਤੋਂ ਬਾਅਦ ਸਿਲੰਡਰਾਂ ਨੂੰ ਭਰਨ 'ਚ ਵੀ 4-5 ਘੰਟੇ ਲੱਗਦੇ ਆ, ਫਿਰ ਵਾਪਸ ਆਉਣ 'ਚ ਜਿਹੜਾ ਸਮਾਂ ਲੱਗਦਾ ਹੈ। ਕੁੱਲ ਮਿਲਾ ਕੇ ਜੇ ਸਾਡੇ 100 ਸਿਲੰਡਰ ਖਾਲੀ ਹੋ ਜਾਂਦੇ ਆ, ਤੁਸੀਂ ਇਹ ਮੰਨੋ ਕਿ 20 ਤੋਂ 24 ਘੰਟੇ ਲੱਗਦੇ ਆ ਕਿ ਉਹ ਸਿਲੰਡਰ ਵਾਪਸ ਭਰ ਕੇ ਸਾਡੇ ਕੋਲ, ਸਾਡੇ ਪੇਸ਼ੈਂਟਸ ਕੋਲ ਮੁਹੱਈਆ ਹੋ ਸਕੇ। ਹੁਣ ਇਹ ਮੈਂ ਤੁਹਾਨੂੰ ਤਾਂ ਕਰਕੇ ਦੱਸਿਆ ਹੈ ਵੀ ਇਸ ਵੇਲੇ ਆਕਸੀਜਨ ਦੀ ਕੋਈ ਕਮੀ ਨਹੀਂ ਹੈ। ਬਿਲਕੁਲ ਆ ਨਾ ਸੋਚੋ ਵੀ ਆਕਸੀਜਨ ਦੀ ਕਮੀ ਹੈ। ਆਕਸੀਜਨ ਦੇ ਬਥੇਰੇ ਪਲਾਂਟ ਹੈਗੇ ਆ, ਆਕਸੀਜਨ ਭਰੀ ਜਾ ਰਹੀ ਹੈ। ਜੇ ਕਮੀ ਆ ਰਹੀ ਹੈ ਤਾਂ ਸਾਨੂੰ ਖਾਲੀ ਸਿਲੰਡਰਾਂ ਦੀ ਕਮੀ ਆ ਰਹੀ ਹੈ। ਸਾਡੇ ਕੋਲ 350 ਖਾਲੀ ਸਿਲੰਡਰ ਹੈਗੇ ਆ, ਜਿਨ੍ਹਾਂ ਚੋਂ ਅਸੀਂ 200 ਦੀ ਖਪਤ ਕਰ ਰਹੇ ਹਾਂ। 24 ਘੰਟੇ ਸਾਨੂੰ ਲੱਗਦੇ ਆ ਸਿਲੰਡਰ ਭਰਾ ਕੇ ਵਾਪਸ ਆਉਣ 'ਚ। ਇਹਦਾ ਮਤਲਬ ਤੁਸੀਂ ਸਮਝ ਹੀ ਸਕਦੇ ਹੋ ਕਿ ਸਾਨੂੰ ਕਿੰਨੀ ਜ਼ਿਆਦਾ ਮਿਹਨਤ ਕਰ ਰਹੀ ਹੈ। ਦਿਨ 'ਚ 2-2, 3-3 ਗੱਡੀਆਂ ਵੀ ਅਸੀਂ ਭੇਜਦੇ ਹਾਂ। ਲਗਾਤਾਰ ਤਾਲਮੇਲ ਕਰਕੇ ਅਸੀਂ ਪੂਰੀ ਇਹਨਾਂ ਦੀ ਆਕਸੀਜਨ ਡਿਮਾਂਡ ਪੂਰੀ ਕਰ ਰਹੇ ਹਾਂ। ਲੇਕਿਨ ਹੁਣ ਇਸ ਪ੍ਰੋਬਲਮ ਨੂੰ ਸਮਝਦੇ ਹੋਏ ਮਾਨਯੋਗ ਡੀਸੀ ਬਰਨਾਲਾ ਸਾਹਿਬ ਨੇ ਆਰਡਰ ਕੱਢਿਆ ਹੈ ਕਿ ਕੋਈ ਵੀ ਆਕਸੀਜਨ ਸਿਲੰਡਰ ਬਰਨਾਲੇ ਜ਼ਿਲ੍ਹੇ ਵਿੱਚ ਨਾਨ ਮੈਡੀਕਲ ਯੂਜ਼ ਵਾਸਤੇ ਨਹੀਂ ਵਰਤਿਆ ਜਾ ਸਕਦਾ। ਕੋਈ ਵੀ ਮੋਟਰ ਗਰਾਜ, ਕੋਈ ਵੀ ਫੈਕਟਰੀ, ਕੋਈ ਵੀ ਵੈਲਡਿੰਗ ਸ਼ਾਪ, ਕੋਈ ਵੀ ਚੀਜ਼ ਜਿਹਦਾ ਮੈਡੀਕਲ ਇਲਾਜ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉੱਥੇ ਆਕਸੀਜਨ ਸਿਲੰਡਰ ਬਿਲਕੁਲ ਨਹੀਂ ਵਰਤਿਆ ਜਾ ਸਕਦਾ। ਇੱਥੋਂ ਤੱਕ ਕਿ ਜਿਨ੍ਹਾਂ ਕੋਲ ਆਕਸੀਜਨ ਸਿਲੰਡਰ ਹੈ ਇਸ ਵੇਲੇ, ਉਹਨਾਂ ਨੇ ਮੇਰੇ ਦਫ਼ਤਰ 'ਚ, SDM ਦਫ਼ਤਰ ਦੇ ਵਿੱਚ ਆ ਕੇ ਡਿਕਲੇਅਰ ਕਰਨਾ ਹੈ। ਜੇ ਉਹ ਡਿਕਲੇਅਰ ਨਹੀਂ ਕਰਦੇ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਹੋਏਗੀ। ਤੁਸੀਂ ਇਸ ਗੱਲ ਨੂੰ ਸਮਝੋ ਕਿ ਜੇ ਤੁਸੀਂ ਸਾਨੂੰ ਇਹ ਖਾਲੀ ਸਿਲੰਡਰ ਨਹੀਂ ਵਾਪਸ ਕਰਦੇ ਹੋ ਤਾਂ ਅਸੀਂ ਉਹਨਾਂ ਸਿਲੰਡਰਾਂ ਨੂੰ ਭਰਾਵਾਂਗੇ ਕਿਸ ਤਰ੍ਹਾਂ? ਜੇ ਅਸੀਂ ਭਰਾਵਾਂਗੇ ਨਹੀਂ ਤਾਂ ਸਾਡੇ ਜਿਹੜੇ ਪੇਸ਼ੈਂਟਸ ਵੱਧ ਰਹੇ, ਜਿਹੜੀ ਸਾਡੀ ਆਕਸੀਜਨ ਦੀ ਡਿਮਾਂਡ ਵੱਧ ਰਹੀ ਹੈ, ਉਸ ਨੂੰ ਅਸੀਂ ਕਿਵੇਂ ਪੂਰੀ ਕਰਾਂਗੇ? ਦੂਸਰੀ ਗੱਲ, ਜਿਹੜੇ ਵੀ ਲੋਕ ਆਕਸੀਜਨ ਦੇ ਸਿਲੰਡਰ ਘਰੇ ਦੱਬ ਕੇ ਬੈਠੇ ਹੋਏ ਹਨ, ਉਹਨਾਂ ਨੂੰ ਪਹਿਲਾਂ ਤਾਂ ਮੈਂ ਸਮਝਾਉਣਾ ਚਾਹਾਂਗਾ ਕਿ ਜੇ ਤੁਸੀਂ ਘਰੇ 2 ਸਿਲੰਡਰ ਵੀ ਦੱਬ ਕੇ ਬੈਠਦੇ ਹੋ ਤਾਂ ਤੁਸੀਂ ਘੱਟੋ ਘੱਟ 20 ਪੇਸ਼ੈਂਟਸ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹੋ। ਤੁਸੀਂ ਸੋਚੋਗੇ ਕਿਵੇਂ? ਜੇ ਤੁਸੀਂ 2 ਸਿਲੰਡਰ ਆਪਣੇ ਕੋਲ ਰੱਖਦੇ ਹੋ, ਉਹ ਤੁਸੀਂ ਪਰਮਾਨੈਂਟ ਆਪਣੇ ਕੋਲ ਦੱਬ ਕੇ ਬੈਠ ਜਾਂਦੇ ਹੋ। ਉਹੀ 2 ਸਿਲੰਡਰ ਜੇ ਤੁਸੀਂ ਮੈਨੂੰ ਦੇ ਦਿੰਦੇ ਹੋ, ਉਹਨਾਂ 2 ਸਿਲੰਡਰਾਂ ਨੂੰ ਮੈਂ ਹਰ ਰੋਜ਼ ਭਰਾ ਕੇ ਘੱਟੋ ਘੱਟ 20 ਮਰੀਜ਼ਾਂ ਦਾ ਮੈਂ ਉਹ 2 ਸਿਲੰਡਰ ਮੁਹੱਈਆ ਕਰਾ ਸਕਾਂ। ਘੱਟੋ ਘੱਟ 20 ਮਰੀਜ਼ ਉਹਨਾਂ 2 ਸਿਲੰਡਰਾਂ ਨੂੰ ਵਰਤਣਗੇ। ਇਹਨੂੰ ਆਪਣੀ ਤੁਸੀਂ ਜ਼ਿੰਮੇਵਾਰੀ ਸਮਝੋ ਕਿ ਕਿਉਂ ਆਪਾਂ ਜਿਹੜੀ ਇੱਕ ਅਜਿਹੀ ਚੀਜ਼ ਹੈ ਜਿਹਦੀ ਜੋ ਲੋਕਾਂ ਦੀ ਜਾਨ ਬਚਾਏਗੀ, ਉਸ ਨੂੰ ਆਪਾਂ ਆਪਣੇ ਘਰੇ ਦੱਬਿਆ ਹੋਇਆ ਹੈ। ਇਸ ਤੋਂ ਵੱਡਾ ਮੈਂ ਕਹਿੰਦਾ ਕਿ ਅਪਰਾਧ ਕੋਈ ਨਹੀਂ ਹੋ ਸਕਦਾ। ਇਸ ਕਰਕੇ ਮੈਂ ਤੁਹਾਨੂੰ ਇੱਕ ਤਾਂ ਬੇਨਤੀ ਕਰਦਾ ਕਿ ਜਿਹਨਾਂ ਕੋਲ ਵੀ ਸਿਲੰਡਰ ਹੈਗੇ ਨੇ, ਜਿਹੜੇ ਮੈਡੀਕਲ ਯੂਜ਼ ਲਈ ਨਹੀਂ ਵਰਤ ਰਹੇ, ਕਿਰਪਾ ਕਰਕੇ ਉਹ ਸਾਨੂੰ ਵਾਪਸ ਕਰਨ। ਜਿਹੜੇ ਅਜਿਹੇ ਲੋਕ ਨੇ ਜਿਨ੍ਹਾਂ ਨੇ ਆਪਣੇ ਘਰੇ ਸਿਲੰਡਰ ਰੱਖੇ ਹੋਏ ਨੇ ਘਬਰਾਹਟ ਵਿੱਚ, ਉਹ ਵੀ ਕਿਰਪਾ ਕਰਕੇ ਸਾਨੂੰ ਵਾਪਸ ਕਰਨ। ਜੇ ਤੁਸੀਂ ਸਾਰੇ ਆਪਣੇ ਸਿਲੰਡਰ ਸਾਨੂੰ ਦੇ ਦਿੰਦੇ ਹੋ, ਮੈਂ ਤੁਹਾਨੂੰ ਗਰੰਟੀ ਦਿੰਦਾ ਕੋਈ ਆਕਸੀਜਨ ਦੀ ਕਿਸੇ ਨੂੰ ਕਮੀ ਨਹੀਂ ਆਏਗੀ। ਤੇ ਦੂਸਰੀ ਗੱਲ, ਜੇ ਤੁਸੀਂ ਆਹ ਵੀ ਸਮਝਣ ਦੀ ਗੱਲ ਹੈ ਕਿ ਜੇ ਤੁਸੀਂ ਸਿਲੰਡਰ ਰੱਖ ਵੀ ਲੈਂਦੇ ਹੋ ਤਾਂ ਇਸ ਵੇਲੇ ਭਰਿਆ ਨਹੀਂ ਜਾਊਗਾ।
ਕੋਈ ਤਰੀਕਾ ਨਹੀਂ ਹੈ ਖਾਲੀ ਸਿਲੰਡਰਾਂ ਨੂੰ ਭਰਾਉਣ ਦਾ, ਸਿਰਫ ਪ੍ਰਸ਼ਾਸਨ ਭਰਾ ਸਕਦਾ ਹੈ, ਹੋਰ ਕੋਈ ਖਾਲੀ ਸਿਲੰਡਰ ਭਰਾ ਹੀ ਨਹੀਂ ਸਕਦਾ। ਕੋਈ ਪ੍ਰਾਈਵੇਟ ਏਜੰਸੀ ਨਹੀਂ ਭਰਾ ਸਕਦੀ, ਕੋਈ ਪ੍ਰਾਈਵੇਟ ਇੰਡੀਵਿਜੂਅਲ, ਕੋਈ ਵੀ। ਤੁਸੀਂ ਸੋਚੋ ਕਿ ਮੇਰੇ ਕੋਲ ਇੱਕ ਸਿਲੰਡਰ ਹੈ, ਮੈਂ ਉਹ ਇੱਕ ਵਰਤ ਕੇ ਬਾਅਦ ਚ ਮੈਂ ਖਾਲੀ ਕਦੋਂ ਭਰਾ ਕੇ ਲੈ ਆਉਂਗਾ, ਇਹ ਪੋਸੀਬਲ ਨਹੀਂ ਹੈ। ਸਿਰਫ ਪ੍ਰਸ਼ਾਸਨ ਦੇ ਥਰੂ ਹੋ ਸਕਦਾ ਹੈ। ਜੇ ਤੁਸੀਂ ਉਹ ਖਾਲੀ ਸਿਲੰਡਰ ਸਾਨੂੰ ਦੇ ਦੋਗੇ ਤੇ ਤੁਸੀਂ ਆਪਣੀ ਡਿਮਾਂਡ ਪਾਓਗੇ ਤੇ ਮੈਡੀਕਲ ਡਾਕਟਰ ਤੋਂ ਅਪਰੂਵਡ ਹੋਗੀ, ਤੁਹਾਨੂੰ ਸਿਲੰਡਰ ਜ਼ਰੂਰ ਮਿਲੇਗਾ। ਇੱਕ ਛੋਟਾ ਜਿਹਾ ਸਿਸਟਮ ਮੈਂ ਹੋਰ ਸਮਝਾ ਦਿੰਦਾ। ਕਿਸੇ ਵੀ ਐਂਬੂਲੈਂਸ, ਕੋਈ ਪ੍ਰਾਈਵੇਟ ਹਸਪਤਾਲ ਜਾਂ ਕਿਸੇ ਵੀ ਮਰੀਜ਼ ਨੂੰ ਜੇ ਸਿਲੰਡਰ ਦੀ ਜ਼ਰੂਰਤ ਹੈ, ਉਹ ਮੇਰੇ ਦਫ਼ਤਰ ਵਿਖੇ ਅਪਲਾਈ ਕਰ ਸਕਦਾ ਹੈ। ਡੀਸੀ ਸਾਹਿਬ ਨੇ ਇੱਕ ਕਮੇਟੀ, ਮੈਡੀਕਲ ਕਮੇਟੀ ਬਣਾਈ ਹੋਈ ਹੈ, ਜਿਹਦੇ ਅੰਦਰ ਡੀਐਮਸੀ ਮੈਡਮ ਨੇ, ਸਿਵਲ ਸਰਜਨ ਸਾਹਿਬ ਨੇ ਤੇ ਆਪਣੇ ਐਮਡੀ ਸਪੈਸ਼ਲਿਸਟ ਹੈਗੇ ਨੇ। ਉਹ ਉਹਦੀ ਜਾਂਚ ਕਰਕੇ ਉਹਨੂੰ ਪ੍ਰਵਾਨ ਕਰਦੇ ਆ ਤੇ ਜਿਹਨੂੰ ਵੀ ਪ੍ਰਵਾਨਗੀ ਮਿਲਦੀ ਹੈ ਮੈਡੀਕਲ ਬੇਸਿਸ ਤੇ, ਉਹਨਾਂ ਨੂੰ ਸਿਲੰਡਰ ਜ਼ਰੂਰ ਮਿਲਦਾ ਹੈ। ਇਸ ਕਰਕੇ ਬਿਲਕੁਲ ਨਾ ਘਬਰਾਓ, ਜਿਵੇਂ ਹੀ ਜਿਸ ਨੂੰ ਵੀ ਜ਼ਰੂਰਤ ਮਿਲੇਗੀ ਅਸੀਂ ਤੁਹਾਨੂੰ ਨਾਲ ਦੀ ਨਾਲ ਸਿਲੰਡਰ ਮੁਹੱਈਆ ਕਰਾਵਾਂਗੇ। ਬਟ ਦੁਬਾਰਾ ਮੇਰੀ ਬੇਨਤੀ ਇਹੀ ਹੈ ਕਿ ਖਾਲੀ ਸਿਲੰਡਰ ਜ਼ਰੂਰ ਸਾਨੂੰ ਵਾਪਸ ਕਰੋ। ਜੇ ਤੁਹਾਡੇ ਧਿਆਨ 'ਚ ਆਉਂਦਾ ਵੀ ਕਿਸੇ ਨੇ ਸਿਲੰਡਰ ਦੱਬੇ ਹੋਏ ਨੇ, ਸਾਨੂੰ ਉਹਦੀ ਇਨਫੋਰਮੇਸ਼ਨ ਦਿਓ, ਅਸੀਂ ਉਹਨਾਂ ਤੇ ਕਾਰਵਾਈ ਕਰਕੇ ਕੀਮਤੀ ਜਾਨਾਂ ਨੂੰ ਬਚਾ ਸਕੀਏ। ਇਸ ਤੋਂ ਬਾਅਦ ਮੈਂ ਤੁਹਾਨੂੰ ਜਿਹੜਾ ਡੀਸੀ ਸਾਹਿਬ ਨੇ ਨਵਾਂ ਆਰਡਰ ਕੱਢਿਆ ਹੈ ਉਹਦੇ ਬਾਰੇ ਥੋੜਾ ਸਪਸ਼ਟੀਕਰਨ ਦੇਣਾ ਚਾਹਾਂਗਾ। ਹੁਣ ਇੱਕ ਤਰ੍ਹਾਂ ਦਾ ਇਹ ਸਮਝੋ ਕਿ ਪਾਰਸ਼ਲ ਲਾਕਡਾਊਨ ਹੈ, ਕੰਪਲੀਟ ਲਾਕਡਾਊਨ ਨਹੀਂ ਹੈ, ਅੱਧ-ਪਚੱਧ ਲਾਕਡਾਊਨ ਹੈ। ਇਹ ਤੁਹਾਡੀ ਹੀ ਤੁਹਾਡੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਮਾਨਯੋਗ ਡੀਸੀ ਸਾਹਿਬ ਨੇ ਇਹ ਫੈਸਲਾ ਲਿਆ। ਤੁਸੀਂ ਇਹ ਬਿਲਕੁਲ ਨਾ ਸਮਝੋ ਕਿ ਇਹ ਸਾਡੇ ਉੱਤੇ ਇੱਕ ਆਰਡਰ ਸਾਡੇ ਸਿਰ ਤੇ ਸੁੱਟਿਆ ਜਾ ਰਿਹਾ ਹੈ। ਇਹ ਇੱਕ ਤਰ੍ਹਾਂ ਦੀ ਤੁਹਾਨੂੰ ਬਚਾਉਣ ਲਈ, ਤੁਹਾਡੇ ਪਰਿਵਾਰ ਨੂੰ ਬਚਾਉਣ ਲਈ ਇੱਕ ਕਦਮ ਹੈ। ਜੇ ਆਪਾਂ ਇਸ ਕਦਮ ਦੇ ਨਾਲ ਚੱਲੀਏ ਤਾਂ ਹੀ ਆਪਾਂ ਬਰਨਾਲਾ ਵਾਸੀਆਂ ਨੂੰ ਬਚਾ ਸਕਦੇ ਹਾਂ। ਇਹਦੇ ਬਾਰੇ ਮੈਂ ਸਪਸ਼ਟੀਕਰਨ ਇਹ ਦੱਸਣਾ ਚਾਹੂੰਗਾ ਕਿ ਜਿਹੜੀਆਂ ਗੈਰ ਜ਼ਰੂਰੀ ਦੁਕਾਨਾਂ ਨੇ ਉਹਨਾਂ ਨੂੰ ਦੋ ਕੈਟੇਗਰੀਜ਼ ਦੇ ਵਿੱਚ ਵੰਡਿਆ ਗਿਆ ਹੈ। ਇੱਕ ਕੈਟੇਗਰੀ ਹੈ ਗਰੁੱਪ ਏ, ਜਿਹਦੇ ਵਿੱਚ ਰੈਡੀਮੇਡ ਕੱਪੜੇ, ਬੱਚਿਆਂ ਦੇ ਉਤਪਾਦ, ਮਕਾਨ ਦੀ ਉਸਾਰੀ ਸੰਬੰਧੀ ਵਗੈਰਾ ਵਗੈਰਾ ਤੁਸੀਂ ਦੇਖ ਲਓਗੇ, ਆਰਡਰ ਤੁਹਾਡੇ ਨਾਲ ਸਾਂਝਾ ਕੀਤਾ ਜਾਏਗਾ। ਇਹ ਗਰੁੱਪ ਏ ਵਿੱਚ ਗੈਰ ਜ਼ਰੂਰੀ ਦੁਕਾਨਾਂ ਸ਼ਾਮਲ ਕੀਤੀਆਂ ਗਈਆਂ ਤੇ ਦੂਸਰਾ ਇੱਕ ਗਰੁੱਪ ਬੀ ਬਣਾਇਆ ਗਿਆ, ਉਹਦੇ ਵਿੱਚ ਵੀ ਬਾਕੀ ਗੈਰ ਜ਼ਰੂਰੀ ਦੁਕਾਨਾਂ ਉਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਨੇ। ਹੁਣ ਇਹ ਜਿੰਨੀਆਂ ਵੀ ਗੈਰ ਜ਼ਰੂਰੀ ਦੁਕਾਨਾਂ ਨੇ, ਗਰੁੱਪ ਏ ਤੇ ਗਰੁੱਪ ਬੀ, ਇਹ ਦੋਵੇਂ ਗਰੁੱਪਸ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਖੁੱਲ ਸਕਦੇ ਨੇ, ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ। ਦੋਨੋਂ ਗਰੁੱਪ ਏ ਤੇ ਗਰੁੱਪ ਬੀ ਗੈਰ ਜ਼ਰੂਰੀ ਦੁਕਾਨਾਂ ਸੋਮਵਾਰ ਅਤੇ ਸ਼ੁੱਕਰਵਾਰ ਖੁੱਲ ਸਕਦੀਆਂ ਨੇ, ਸਵੇਰੇ 7 ਤੇ 3 ਵਜੇ ਤੱਕ, 7 ਵਜੇ ਤੋਂ 3 ਵਜੇ ਤੱਕ। ਪਰੰਤੂ ਦੁਕਾਨਦਾਰਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਤੇ ਆਪਣੀ ਬਰਨਾਲਾ ਵਾਸੀਆਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਡੀਸੀ ਸਾਹਿਬ ਨੇ ਇੱਕ ਸਿਸਟਮ ਬਣਾਇਆ ਹੈ, ਜਿਹਦੇ ਵਿੱਚ 15 ਤਰੀਕ ਤੱਕ ਗਰੁੱਪ ਏ ਦੀਆਂ ਦੁਕਾਨਾਂ ਬੁੱਧਵਾਰ ਨੂੰ ਖੁੱਲ ਸਕਣਗੀਆਂ। 15 ਤਰੀਕ ਤੱਕ, ਮੈਂ ਰਿਪੀਟ ਕਰਦਾ ਵੀ ਸਿਰਫ ਗਰੁੱਪ ਏ ਦੀਆਂ ਦੁਕਾਨਾਂ ਬੁੱਧਵਾਰ ਨੂੰ ਖੁੱਲ ਸਕਣਗੀਆਂ, ਗਰੁੱਪ ਬੀ ਦੀਆਂ ਦੁਕਾਨਾਂ ਬੁੱਧਵਾਰ ਨੂੰ ਨਹੀਂ ਖੁੱਲ ਸਕਣਗੀਆਂ। ਤੇ 16 ਤਰੀਕ ਤੋਂ ਲੈ ਕੇ 31 ਤਰੀਕ ਤੱਕ ਗਰੁੱਪ ਬੀ ਦੀਆਂ ਗੈਰ ਜ਼ਰੂਰੀ ਦੁਕਾਨਾਂ ਬੁੱਧਵਾਰ ਨੂੰ ਖੁੱਲ ਸਕਣਗੀਆਂ, ਗਰੁੱਪ ਏ ਦੀਆਂ ਦੁਕਾਨਾਂ ਬੁੱਧਵਾਰ ਨੂੰ ਨਹੀਂ ਖੁੱਲ ਸਕਣਗੀਆਂ। ਮੈਂ ਉਮੀਦ ਕਰਦਾ ਕਿ ਮੈਂ ਸਮਝਾ ਪਾਇਆ ਕਿ ਕਿਸ ਤਰ੍ਹਾਂ ਇਹ ਸਿਸਟਮ ਬਣਾਇਆ ਗਿਆ। ਗਰੁੱਪ ਏ ਤੇ ਗਰੁੱਪ ਬੀ ਦੋਨੋਂ ਸੋਮਵਾਰ ਤੇ ਸ਼ੁੱਕਰਵਾਰ ਨੂੰ ਖੁੱਲੀਆਂ ਰਹਿਣਗੀਆਂ, ਲੇਕਿਨ ਬੁੱਧਵਾਰ ਨੂੰ 15 ਤਰੀਕ ਤੱਕ ਸਿਰਫ ਗਰੁੱਪ ਏ ਖੁੱਲ ਸਕਦਾ ਹੈ ਤੇ ਬੁੱਧਵਾਰ ਨੂੰ 16 ਤੋਂ 31 ਤੱਕ ਕੇਵਲ ਗਰੁੱਪ ਬੀ ਦੀਆਂ ਗੈਰ ਜ਼ਰੂਰੀ ਦੁਕਾਨਾਂ ਖੁੱਲ ਸਕਦੀਆਂ ਨੇ। ਇਸ ਤੋਂ ਇਲਾਵਾ ਬਾਕੀ ਵੀ ਤੁਹਾਨੂੰ ਮੈਂ ਸੰਖੇਪ ਚ ਦੱਸ ਦਿੰਦਾ ਕਿ ਸਾਰੇ ਸਰਕਾਰੀ ਡਿਪੂ, ਬਾਕੀ ਮਿਠਾਈਆਂ ਦੀ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ ਸਕਦੀਆਂ ਨੇ। ਸਮੂਹ ਹਸਪਤਾਲ, ਦਵਾਈਆਂ ਦੀ ਦੁਕਾਨਾਂ, ਸਾਰੀ ਮੈਡੀਕਲ ਕੋਈ ਵੀ ਸੇਵਾਵਾਂ ਸਾਰੇ ਦਿਨ 7 ਦਿਨ 24 ਘੰਟੇ ਖੁੱਲ ਸਕਦੀਆਂ ਨੇ। ਗਰੋਸਰੀ ਸਟੋਰ, ਦੁੱਧ ਦੀਆਂ ਦੁਕਾਨਾਂ ਤੇ ਇਹ ਵੀ ਸਾਰੇ ਦਿਨ 24 ਘੰਟੇ ਖੁੱਲ ਸਕਦੀਆਂ ਨੇ। ਰੈਸਟੋਰੈਂਟ ਜਿਹੜੇ ਆਪਣੇ ਹੋਟਲ ਹੋ ਗਏ ਜਾਂ ਕੋਈ ਢਾਬਾ ਹੋ ਗਿਆ, ਕੋਈ ਰੈਸਟੋਰੈਂਟ ਹੋ ਗਿਆ, ਇਹ ਸਿਰਫ ਹੋਮ ਡਿਲੀਵਰੀ ਕਰ ਸਕਦੇ ਨੇ ਸਵੇਰੇ 7 ਵਜੇ ਤੋਂ। ਹੋਮ ਡਿਲੀਵਰੀ ਵਾਸਤੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਦਾ ਸਮਾਂ ਹੋਏਗਾ।
ਮਾਲ ਦੀ ਢੋਆ ਢੁਆਈ ਵਾਸਤੇ ਵਾਹਨ ਸਾਰਾ ਦਿਨ ਚੱਲ ਸਕਦੇ ਨੇ, ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ। ਕੁਝ ਕੰਡੀਸ਼ਨਾਂ ਜ਼ਰੂਰੀ ਨੇ, ਮੈਂ ਤੁਹਾਨੂੰ ਦੱਸਦਾ। ਸਾਰੀ ਫੈਕਟਰੀਆਂ ਹਮੇਸ਼ਾ ਖੁੱਲੀਆਂ ਰਹਿਣਗੀਆਂ। ਸਮੂਹ ਪ੍ਰਾਈਵੇਟ ਦਫ਼ਤਰ ਕੇਵਲ 50% ਸਟਾਫ ਦੇ ਨਾਲ ਕੰਮ ਕਰਨਗੀਆਂ। ਸਬਜ਼ੀ ਮੰਡੀ ਸਵੇਰੇ 6 ਵਜੇ ਤੋਂ ਸਵੇਰੇ ਹੀ 10 ਵਜੇ ਤੱਕ ਕੁੱਲ 4 ਘੰਟੇ ਖੁੱਲੇਗੀ। ਬ੍ਰੈਡ ਅੰਡੇ ਦੁੱਧ ਦੀਆਂ ਦੁਕਾਨਾਂ ਕੇਵਲ ਉਹ ਕੰਮ ਕਰਨਗੀਆਂ ਜਿਹੜੀਆਂ ਪਿਛਲੇ 1 ਸਾਲ ਤੋਂ ਇਸੇ ਕਾਰੋਬਾਰ 'ਚ ਚੱਲ ਰਹੀਆਂ ਨੇ। ਇਹਦਾ ਮਤਲਬ ਇਹ ਹੈ ਕਿ ਜੇ ਕੋਈ ਮੰਨ ਲਓ ਕੱਪੜੇ ਦੀ ਦੁਕਾਨ ਹੈ, ਇਹ ਨਹੀਂ ਹੋ ਸਕਦਾ ਕਿ ਉਹ ਰਾਤੋਂ ਰਾਤ ਡੇਅਰੀ ਦਾ ਕੰਮ ਕਰਨ ਲੱਗ ਜਾਏ ਤੇ ਉਹਦੀਆਂ ਦੁਕਾਨਾਂ ਫਿਰ ਡੇਅਰੀ ਦੀ ਦੁਕਾਨ ਦੇ ਹਿਸਾਬ ਨਾਲ ਚੱਲਣਗੀਆਂ। ਇਸ ਤਰ੍ਹਾਂ ਨਹੀਂ ਹੈ। ਬਹੁਤ ਸਪਸ਼ਟ ਹੈ ਕਿ ਬ੍ਰੈਡ ਅੰਡੇ ਦੁੱਧ ਦੀਆਂ ਉਹੀ ਦੁਕਾਨਾਂ ਖੁੱਲਣਗੀਆਂ ਜੋ ਪਿਛਲੇ 1 ਸਾਲ ਤੋਂ ਇਹੀ ਕੰਮ ਕਰ ਰਹੀਆਂ ਨੇ। ਮੈਨੂੰ ਉਮੀਦ ਹੈ ਮੈਂ ਤੁਹਾਡੀ ਸਾਰੇ ਡਾਊਟ ਕਲੀਅਰ ਕਰ ਪਾਇਆ ਹਾਂ, ਤੇ ਜੇ ਤੁਹਾਡੇ ਕੋਈ ਵੀ ਸਵਾਲ ਨੇ ਮੈਂ ਉਹਨਾਂ ਦੇ ਆਨਸਰ ਦੇਣਾ ਚਾਹਾਂਗਾ। ਪਹਿਲਾ ਸਵਾਲ ਹੈ ਸੁਰਿੰਦਰ ਗੋਇਲ ਜੀ ਦਾ। ਇਹ ਕਹਿ ਰਹੇ ਕਿ ਪਿੰਡੂ ਖੇਤਰ ਵਿੱਚ ਜ਼ਿਆਦਾਤਰ ਕਰਿਆਨੇ ਦੀਆਂ ਦੁਕਾਨਾਂ ਤੇ ਦੁੱਧ ਮਿਲਦਾ ਹੈ, ਉਹਨਾਂ ਦਾ ਖੁੱਲਣ ਤੇ ਬੰਦ ਦਾ ਸਮਾਂ ਕਿਹੜਾ ਹੋਏਗਾ? ਇਹ ਮੈਂ ਤੁਹਾਨੂੰ ਧਿਆਨ 'ਚ ਲਿਆ ਦਾਂ ਕਿ ਇਹ ਜਿਹੜੇ ਆਰਡਰ ਨੇ ਇਹ ਸਮੂਹ ਜ਼ਿਲ੍ਹੇ ਵਾਸਤੇ ਨੇ, ਤੇ ਇਹ ਸਮੂਹ ਜ਼ਿਲ੍ਹੇ ਦੇ ਵਿੱਚ ਸੇਮ ਹੈ ਕਿ ਜਿਹੜੇ ਆਪਣਾ ਕਰਿਆਨੇ ਦੀ ਦੁਕਾਨਾਂ ਨੇ, ਜਿਹੜੀ ਕਰਿਆਨੇ ਦੀ ਦੁਕਾਨਾਂ ਨੇ ਇਹ ਜ਼ਰੂਰੀ ਸੇਵਾਵਾਂ ਵਿੱਚ ਆਉਂਦੀਆਂ। ਇਸ ਕਰਕੇ ਇਹਨਾਂ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਖੁੱਲਣ ਦੀ ਅਨੁਮਤੀ ਰਹੇਗੀ, ਭਾਵੇਂ ਇਹ ਸ਼ਹਿਰ ਦੇ ਵਿੱਚ ਹੋਏ ਭਾਵੇਂ ਪਿੰਡ ਦੇ ਵਿੱਚ ਹੋਏ। ਬਿਲਕੁਲ ਸੇਮ ਆਰਡਰ ਸਾਰਿਆਂ ਤੇ ਲਾਗੂ ਹੋਏਗਾ। ਇਸ ਤੋਂ ਇਲਾਵਾ ਇਸ ਸੈਸ਼ਨ ਦੇ ਵਿੱਚ ਅਸੀਂ ਇਹ ਆਰਡਰ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ, ਤੁਸੀਂ ਉਹਨੂੰ ਪੜ੍ਹ ਕੇ ਜ਼ਰੂਰ ਦੇਖ ਸਕਦੇ ਹੋ। ਉਹਦੇ ਵਿੱਚ ਬਹੁਤ ਸਪਸ਼ਟ ਲਿਖਿਆ ਹੋਇਆ ਹੈ। ਜੀ ਮੈਨੂੰ ਜਿਵੇਂ ਦੱਸਿਆ ਜਾ ਰਿਹਾ ਹੈ ਕਿ ਕੁਝ ਆਪਣੀ ਡਿਮਾਂਡ ਆ ਰਹੀ ਹੈ ਕਿ ਆਪਣੇ ਜਿਮ ਖੋਲ੍ਹੇ ਜਾਣ, ਆਈਲੈਟਸ ਦੇ ਕੋਚਿੰਗ ਸੈਂਟਰ ਖੋਲ੍ਹੇ ਜਾਣ। ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਇਸ ਨੂੰ ਆਪਾਂ ਇੱਕ ਆਮ ਸਮਾਂ ਨਹੀਂ ਸਮਝ ਸਕਦੇ। ਇਹ ਇੱਕ ਮਹਾਮਾਰੀ ਹੈ, ਇਹ ਇੱਕ ਜੰਗ ਹੈ। ਤੁਸੀਂ ਇਹ ਸੋਚੋ ਵੀ ਜੇ ਅੱਜ ਦੀ ਤਰੀਕ 'ਚ ਭਾਰਤ ਦਾ ਕਿਸੇ ਹੋਰ ਮੁਲਕ ਨਾਲ ਜੰਗ ਛਿੜੀ ਹੋਵੇ, ਬਾਹਰ ਆਰਮੀ ਘੁੰਮ ਰਹੀ ਹੋਵੇ, ਕੀ ਆਪਾਂ ਘਰੋਂ ਬਾਹਰ ਕਦਮ ਰੱਖਾਂਗੇ? ਕੀ ਆਪਾਂ ਘਰੋਂ ਬਾਹਰ ਆਪਣੇ ਬੱਚਿਆਂ ਨੂੰ ਜਾਣ ਦੇਵਾਂਗੇ? ਕੀ ਆਪਾਂ ਮੰਗ ਕਰਾਂਗੇ ਕਿ ਹਾਂ ਵੀ ਮੈਨੂੰ ਬਾਹਰ ਜਾਣ ਦੀ ਅਨੁਮਤੀ ਦਿਓ? ਅਸੀਂ ਤਾਂ ਬਿਲਕੁਲ ਸਗੋਂ ਅੰਦਰ ਰਵਾਂਗੇ, ਲਾਈਟਾਂ ਬੰਦ ਰੱਖਾਂਗੇ, ਬਜ਼ੁਰਗਾਂ ਨੂੰ ਕਿਸੇ ਨੂੰ ਬਾਹਰ ਜਾਣ ਨਹੀਂ ਦੇਵਾਂਗੇ। ਵੀ ਜੇ ਕਿਸੇ ਨੇ ਮੰਨ ਲਓ ਬਹੁਤ ਜ਼ਰੂਰੀ ਕੰਮ ਲਈ ਜਾਣਾ ਤਾਂ ਘਰ ਦਾ ਮੁਖੀ ਹੀ ਜਾਊਗਾ, ਵੀ ਬਾਕੀ ਸਾਰੇ ਸੁਰੱਖਿਅਤ ਰਹਿਣ। ਇਹ ਵੀ ਉਹੀ ਜਿਹੜੀ ਕਰੋਨਾ ਵਾਲੀ ਮਹਾਮਾਰੀ, ਇਹ ਵੀ ਅਜਿਹੀ ਹੀ ਇੱਕ ਜੰਗ ਹੈ। ਬਸ ਫਰਕ ਇਹ ਹੈ ਕਿ ਇਹ ਜੰਗ ਸਾਨੂੰ ਦਿਖਦੀ ਨਹੀਂ ਹੈ। ਇਹ ਵੀ ਉਸੇ ਤਰ੍ਹਾਂ ਹੀ ਆਮ ਜੰਗ ਵਿੱਚ ਜਿਵੇਂ ਆਪਣੇ ਸਿਪਾਹੀ ਲੜਦੇ ਆ, ਇਸ ਜੰਗ ਵਿੱਚ ਆਪਣੇ ਡਾਕਟਰ ਲੜ ਲਏ ਨੇ, ਨਰਸ ਲੜ ਲਏ ਨੇ, ਆਪਣੇ ਸਾਰੇ ਸਿਹਤ ਵਿਭਾਗ ਦੇ ਕਰਮਚਾਰੀ ਇਹਦੇ ਵਿੱਚ ਲੜ ਰਹੇ ਨੇ। ਇਹ ਵੀ ਉਸੇ ਤਰ੍ਹਾਂ ਸਾਡੇ ਫੌਜੀ ਨੇ। ਇਸ ਮਹਾਮਾਰੀ ਨੂੰ ਸਮਝੋ ਤੁਸੀਂ, ਇਹ ਹੁਣ ਆਪਣਾ ਜ਼ਿੰਦਗੀ ਬਚਾਉਣ ਦਾ ਸਮਾਂ ਹੈਗਾ। ਤੇ ਜਿਹੜੇ ਵੀ ਇਹ ਆਰਡਰ ਹੈਗੇ ਨੇ, ਮੈਂ ਤੁਹਾਨੂੰ ਪਹਿਲਾਂ ਵੀ ਇਹੀ ਬੇਨਤੀ ਕੀਤੀ ਸੀ ਕਿ ਇਹ ਆਰਡਰ ਤੁਹਾਡੀ ਹੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਕੀਤੇ ਗਏ ਨੇ, ਤੇ ਇਸ ਕਰਕੇ ਕਿਰਪਾ ਕਰਕੇ ਇਹਨਾਂ ਦੀ ਪਾਲਣਾ ਜ਼ਰੂਰ ਕਰੋ। ਰੱਬ ਨੂੰ ਅਰਦਾਸ ਕਰੋ ਕਿ ਆਪਾਂ ਸਾਰੇ ਇਹਨਾਂ ਜਿਹੜੀ ਆਪਣੀ ਮੈਜਰਸ ਹੈਗੇ ਨੇ, ਸਾਰੀ ਇਹਨਾਂ ਦੀ ਜਿਹੜੀ ਆਰਡਰ ਹੈਗੇ ਇਹਨਾਂ ਦੀ ਪਾਲਣਾ ਕਰਨ, ਤਾਂ ਕਿ ਕਰੋਨਾ ਜਲਦੀ ਤੋਂ ਜਲਦੀ ਜਾਵੇ ਤੇ ਆਪਾਂ ਦੁਬਾਰਾ ਤੋਂ ਆਰਾਮ ਨਾਲ ਸੁਖੀ ਸਾਂਦੀ ਜੀ ਸਕੀਏ। ਤੇ ਸਿਮਿਲਰਲੀ ਜਿਹੜੇ ਵੀ ਆਪਣੀਆਂ ਡਿਮਾਂਡਸ ਹੈਗੀਆਂ ਨੇ, ਜਿਸੇ ਤਰ੍ਹਾਂ ਕਰੋਨਾ ਦੀ ਮਹਾਮਾਰੀ ਜਿਵੇਂ ਹੀ ਘਟਦੀ ਹੈ, ਅਸੀਂ ਤਾਂ ਆਪ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਸੇਵਾਵਾਂ ਸ਼ੁਰੂ ਹੋਣ, ਕਿਸੇ ਨੂੰ ਕੋਈ ਤਕਲੀਫ ਨਾ ਆਵੇ। ਜਿਸ ਤਰ੍ਹਾਂ ਹੀ ਆਪਣੇ ਕਰੋਨਾ ਦੀ ਮਹਾਮਾਰੀ ਦਾ ਪ੍ਰਕੋਪ ਥੋੜਾ ਜਿਹਾ ਵੀ ਘਟਦਾ ਹੈ, ਅਸੀਂ ਜ਼ਰੂਰ ਇਸ ਨੂੰ ਕੰਸੀਡਰ ਕਰਾਂਗੇ।